ਜਥੇਦਾਰੀਆਂ ਸਾਡੀਆਂ ਜਿਹੜੇ ਸਿਸਟਮ ਆ ਜਿੰਨੇ ਬਣੇ ਹੋਏ, ਚਾਹੇ ਇਤਿਹਾਸਕ ਗ੍ਰੰਥ ਆ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਐਡਾ ਛੌੜਾ ਸਹਿਜ ਪਾਠਾਂ ਦਾ, ਅਖੰਡ ਪਾਠਾਂ ਦਾ, ਸੰਪਟ ਪਾਠਾਂ ਦਾ, ਇੱਥੋਂ ਤੱਕ ਜਿਹੜਾ ਸਿੱਖ ਦਾ ਆਨੰਦ ਕਾਰਜ ਹੈ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਲਾਵਾਂ ਲੈ ਕੇ ਉਹਨੂੰ ਪੜ੍ਹਿਆ ਜਾਂਦਾ, ਉਹਦਾ ਕੀਰਤਨ ਕੀਤਾ ਜਾਂਦਾ, ਸਾਰਾ ਪੁਜਾਰੀ ਦਾ ਧੰਦਾ ਆ। ਗੁਰੂ ਗ੍ਰੰਥ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਕਿਸੇ ਮਰਗ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਸੋਲੇ ਦਾ ਪਾਠ ਹੁੰਦਾ ਆ, ਅਰਦਾਸ ਹੁੰਦੀ ਆ, ਲਾਸ਼ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਂ ਸੋਲੇ ਦਾ ਪਾਠ ਕਰਨਾ, ਗੁਰੂ ਗ੍ਰੰਥ ਸਾਹਿਬ ਦਾ 10 ਪਾਤਸ਼ਾਹੀਆਂ ਦਾ, ਜਿਹਨੂੰ ਗੁਰੂ ਨਾਨਕ ਦੀ ਸਿੱਖੀ ਕਹਿੰਦੇ ਆ, ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅਰਦਾਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਦੇ ਨਾਲ। ਪੁਜਾਰੀ ਦਾ ਧੰਦਾ ਆ। ਜਿੱਦਾਂ ਬ੍ਰਾਹਮਣ ਕਹਿੰਦਾ ਸੀ ਨਾ ਵੀ ਕੋਈ ਕਾਰਜ ਐਸਾ ਨਾ ਹੋਵੇ, ਕੋਈ ਦਿਨ ਐਸਾ ਨਾ ਹੋਵੇ ਜਿੱਥੇ ਮੇਰੀ ਰੋਜੀ ਦਾ ਪ੍ਰਬੰਧ ਨਾ ਹੋ ਸਕੇ, ਉਹਦੀ ਤਰਜ਼ ਦੇ ਉੱਤੇ ਸਿੱਖਾਂ ਨੇ ਸਾਰਾ ਕੁਝ ਕਰ ਲਿਆ ਹੈ। ਤੇ ਕੋਈ ਦਿਨ ਐਸਾ ਨਾ ਲੰਘੇ ਜਿੱਦਣ ਉਹਦੀ ਰੋਜੀ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਆ ਸਕੇ। ਸਾਰਾ ਜ਼ੋਰ ਉਹਨਾਂ ਦਾ ਇਸੇ ਗੱਲ ਦੇ ਉੱਤੇ ਲੱਗਾ ਆ ਵੀ ਉਹ ਰੱਜ ਕੇ ਖਾ ਸਕਣ। ਉਹੀ ਕੁਛ ਕਰ ਰਹੇ ਆ। 107 ਤੋਂ ਤੁਸੀਂ ਆਉਨੇ ਨਾ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਮੈਂ ਇੰਡੀਆ ਤੋਂ ਬੋਲਦਾ, ਕਰਮਵੀਰ। ਹਾਂਜੀ, ਮੈਂ ਜੇ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਤੇ ਇਹਦੇ ਜਿੱਦਾਂ ਤੁਸੀਂ ਕਹਿੰਦੇ ਪਿਓ ਕਿ ਸਿੱਖੀ 'ਚ ਜਿਹੜਾ ਪਾਠ ਵਗੈਰਾ ਆ ਗਏ ਨੇ, ਅਖੰਡ ਪਾਠ ਹੈ ਸਭ, ਤੇ ਜਿਸ ਟਾਈਮ ਇਹ ਲਿਆਂਦੇ ਗਏ ਸੀ, ਇੰਟਰੋਡਿਊਸ ਕੀਤੇ ਗਏ ਸੀ, ਹਾਂਜੀ, ਤੇ ਉਸ ਟਾਈਮ ਤੇ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਕੁਝ ਨया ਆ ਗਿਆ ਆਪਣੇ ਦੇ ਅੰਦਰ, ਸਿਸਟਮ ਚੇਂਜਸ ਆ ਗਏ ਨੇ ਇੱਕਦਮ? ਇਹ ਕਿੱਦਾਂ ਇੱਕਦਮ ਅੱਜ ਪਤਾ ਲੱਗਦਾ ਹੈ ਕਿ ਸਿੱਖੀ 'ਚ ਇੰਨੀ ਤਬਦੀਲੀਆਂ ਆ ਗਈਆਂ, ਇੰਨੀ ਨਿੱਕੇ ਨਿੱਕੇ ਪੱਧਰ ਤੇ ਵੀ ਤਬਦੀਲੀ ਆ ਗਈ ਹੈ, ਪਰ ਉਸ ਟਾਈਮ ਤੇ ਸਿੱਖਾਂ ਨੂੰ ਕਿਉਂ ਨਹੀਂ ਪਤਾ ਲੱਗਿਆ? ਤੁਹਾਡੀ ਏਜ ਕਿੰਨੀ ਕਿਆ? ਮੇਰੀ ਏਜ ਹੈ 20 ਸਾਲ। ਓਕੇ, ਪੰਜਾਬ 'ਚ ਆ ਨਾ ਤੁਸੀਂ? ਮੈਂ ਹਰਿਆਣਾ ਤੋਂ ਹਾਂ, ਮੇਰਾ ਨਾਮ ਕਰਮਵੀਰ ਸਿੰਘ ਹੈ। ਓਕੇ, ਹੁਣ ਤੁਸੀਂ ਇੱਥੇ ਇੰਡੀਆ ਦੇ ਵਿੱਚ, ਹਾਂਜੀ, ਜੇ ਤੁਸੀਂ ਇਹ ਗੱਲ ਕਹੋ ਕਿ ਭਾਈ ਜ਼ਮੀਨ ਵਾਲਾ ਮਸਲਾ ਆ, ਹਾਂਜੀ ਹਾਂਜੀ, ਬਿੱਲ ਬਣ ਲੱਗਾ ਨਾ, ਹਾਂਜੀ, ਜੇ ਹੁਣ ਤੁਸੀਂ ਇਹ ਗੱਲ ਕਹੋ ਵੀ ਭਾਈ ਜਿੰਨੇ ਸਿੱਖਾਂ ਕੋਲ ਹਥਿਆਰ ਹੈਗੇ ਆ, ਹਾਂਜੀ, ਸਾਰੇ ਜਣੇ ਲੈ ਕੇ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਓ, ਜਿਨ੍ਹਾਂ ਕੋ ਹੈ ਨਹੀਂ ਪੁਲਿਸ ਤੋਂ ਖੋਲੋ, ਅੱਛਾ, ਤੇ ਆਪਾਂ ਅੰਦੋਲਨ ਕਰਨਾ ਹੈ। ਉਹ ਤੇ ਗੱਲ ਠੀਕ ਨਹੀਂ। ਹਾਂ, ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਕਹਿ ਦਿੱਤਾ ਜਾਣੀ। ਹੁਣ ਦੇਖੋ, ਤੁਹਾਨੂੰ ਪਤਾ ਲੱਗ ਗਿਆ ਇਹ, ਪਰ ਅੱਜ ਤੋਂ 35 ਸਾਲ ਪਹਿਲਾਂ ਭਿੰਡਰਾਂ ਵਾਲੇ ਨੇ ਗੱਲ ਕਹੀ ਆ ਇਹ। ਹਾਂਜੀ, ਮੈਂ ਪਹਿਲਾਂ ਕਾਫੀ ਸੁਣਦਾ ਰਿਹਾ, ਮੈਨੂੰ ਪਤਾ ਹੈ ਗੱਲ ਕਹੀ ਹੈ ਉਹਨਾਂ ਨੇ। ਹਾਂ, ਪਹਿਲਾਂ ਮੇਰੀ ਗੱਲ ਸੁਣਨ ਦੀ ਕੋਸ਼ਿਸ਼ ਕਰਿਓ ਜਾਣੀ। ਹਾਂਜੀ, ਤੁਸੀਂ ਸਵਾਲ ਇਹ ਕੀਤਾ ਵੀ ਅੱਜ ਤੁਸੀਂ ਇਹ ਗੱਲ ਕਹਿੰਦੇ ਆ ਵੀ ਜਦੋਂ ਇਹ ਚੱਲਿਆ ਆ ਸਾਰਾ ਕੁਝ, ਉਦੋਂ ਦੇ ਸਿੱਖਾਂ ਨੂੰ ਪਤਾ ਨਹੀਂ ਸੀ। ਹਾਂਜੀ, ਮੈਂ ਉਹਦੇ ਜਵਾਬ 'ਚ ਤੁਹਾਨੂੰ ਦੱਸਣ ਲੱਗਾ। ਹਾਂਜੀ, ਹੁਣ ਤੁਹਾਨੂੰ ਇਸ ਗੱਲ ਦਾ ਪਤਾ ਵੀ ਏਦਾਂ ਹਥਿਆਰ ਨਹੀਂ ਰੱਖ ਸਕਦੇ ਅਸੀਂ। ਹਾਂਜੀ, 35 ਸਾਲ ਪਹਿਲਾਂ ਜਿਹੜੇ ਸਿੱਖ ਸੀ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਪਤਾ ਤੇ ਹੋਊਗਾ, ਟੋਕਿਆ ਨਹੀਂ ਫਿਰ ਕਿਸੇ ਨੇ। ਉਹ ਮਾਈਂਡਸੈਟ ਉਦਾਂ ਦੇ ਬਣ ਗਏ। ਬਸ ਵੀਰਾ, ਗੱਲ ਪਤਾ ਕੀ, ਜਦੋਂ ਨਾ ਤੁਸੀਂ ਪ੍ਰੈਕਟੀਕਲੀ ਸੋਚਿਓ ਥੋੜਾ ਜਿਹਾ। ਹਾਂਜੀ, ਵੀ ਜਦੋਂ ਅਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਆਖਰੀ 10 ਸਾਲ ਜਿਹੜੇ ਜ਼ਿੰਦਗੀ ਦੇ ਆ, ਉਹ ਕਰਤਾਰਪੁਰ ਦੇ ਵਿੱਚ ਜ਼ਿਮੀਂਦਾਰਾ ਕੰਮ ਕਰਕੇ ਬਿਤਾਏ ਆ। ਹਾਂਜੀ, ਇੱਕ ਨਗਰ ਵਸਾਇਆ, ਪਿੰਡ ਵਸਾਇਆ ਇੱਕ। ਹਾਂਜੀ, ਹਾਂਜੀ, ਸਾਰੀ ਜ਼ਿੰਦਗੀ ਦੀ ਮਿਹਨਤ ਕਰਕੇ ਉਹਨਾਂ ਨੂੰ ਜਿਹੜਾ ਸਭ ਤੋਂ ਵਧੀਆ ਬੰਦਾ ਲੱਭਾ ਨਾ, ਉਹ ਲੱਭਾ ਭਾਈ ਲੈਣਾ। ਹਾਂਜੀ, ਉਹਨੇ ਆਪਣੇ ਪਿੰਡ ਦੀ ਜ਼ਮੀਨ ਛੱਡੀ, ਪਰਿਵਾਰ ਛੱਡਿਆ, ਕਰਤਾਰਪੁਰ ਛੱਡਿਆ, ਬਸਿਆ ਵਸਾਇਆ। ਹਾਂਜੀ, ਆਪਣੇ ਪੁੱਤਰ ਵੀ ਛੱਡ ਦਿੱਤੇ। ਹਾਂਜੀ, ਕਿਹਦੀ ਖਾਤਰ? ਇੱਕ ਗੁਰੂ ਅੰਗਦ ਦੇਵ ਜੀ ਦੀ ਖਾਤਰ। ਉਹ ਕਹਿੰਦੇ ਇਹ ਚੁਣਨਾ। ਹਾਂਜੀ, ਹੁਣ ਉਹ ਬਸਿਆ ਵਸਾਇਆ ਸਾਰਾ ਕੁਝ ਉਹਨਾਂ ਨੂੰ ਛੱਡਣਾ ਪੈ ਗਿਆ।
ਹਾਂਜੀ ਹਾਂਜੀ ਇੱਕ ਪ੍ਰੈਕਟੀਕਲੀ ਸੋਚ ਕੇ ਦੇਖਿਓ ਵੀ ਜਿਹੜੇ ਲੋਕ ਉਸ ਵੇਲੇ ਗੁਰੂ ਨਾਨਕ ਦੇਵ ਜੀ ਤੇ ਭਰੋਸਾ ਕਰਦੇ ਸੀ, ਹਾਂਜੀ ਜਿਹੜੇ ਉਹਨਾਂ ਦੇ ਕਹੇ ਤੇ ਉਸ ਨਗਰ ਦੇ ਵਿੱਚ ਆ ਕੇ ਰਹਿਣ ਲੱਗੇ ਸੀ, ਹਾਂਜੀ ਜਦੋਂ ਭਾਈ ਲਹਿਣਾ ਜੀ ਨੂੰ ਚੁਣਿਆ ਹੋਊਗਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਦੇ ਬਰਾਬਰ, ਉਦੋਂ ਜਿਹੜੀ ਬਹੁ ਗਿਣਤੀ ਜ਼ਿਆਦੇ ਲੋਕ ਸੀ ਉਹ ਲਹਿਣਾ ਜੀ ਦੇ ਨਾਲ ਹੋਣਗੇ, ਗੁਰੂ ਅੰਗਦ ਦੇਵ ਜੀ ਦੇ ਨਾਲ ਹੋਣਗੇ, ਜਾਂ ਸ਼੍ਰੀ ਚੰਦ ਦੇ ਨਾਲ? ਲਾਈਕ ਮੈਜੋਰਿਟੀ ਤਾਂ ਇਹੀ ਕਹੇਗੀ ਪੁੱਤਰ ਨੂੰ ਨਹੀਂ ਦਿੱਤਾ ਵੈਸੇ। ਹਾਂ, ਕਿਉਂਕਿ ਜੇ ਲਹਿਣਾ ਜੀ ਦੇ ਨਾਲ ਹੁੰਦੇ ਫਿਰ ਉਹਨਾਂ ਨੂੰ ਕਰਤਾਰਪੁਰ ਛੱਡ ਕੇ ਨਾ ਜਾਣਾ ਪੈਂਦਾ। ਹਾਂਜੀ, ਬਣਦੀ ਹੈ ਨਾ ਗੱਲ? ਹਾਂਜੀ ਅੱਛਾ, ਹੁਣ ਜਦੋਂ 6ਵੇਂ ਪਾਤਸ਼ਾਹ ਦਰਬਾਰ ਸਾਹਿਬ ਅੰਮ੍ਰਿਤਸਰ ਛੱਡ ਕੇ ਜਾਂਦੇ ਆ, ਹਾਂਜੀ ਸਾਨੂੰ ਪਤਾ ਆ ਵੀ ਅਸੀਂ ਕਹਿੰਦੇ ਤੀਜੇ ਪਾਤਸ਼ਾਹ ਨੇ ਜ਼ਮੀਨ ਖਰੀਦੀ, ਚੌਥੇ ਪਾਤਸ਼ਾਹ ਨੇ ਨਗਰ ਵਸਾਇਆ, ਉਹਦਾ ਨਾਂ ਚੱਕ ਰਾਮਦਾਸਪੁਰ ਸੀ। ਹਾਂਜੀ, ਪੰਜਵੇਂ ਪਾਤਸ਼ਾਹ ਨੇ ਉੱਥੇ ਗੁਰਦੁਆਰਾ ਦਰਬਾਰ ਸਾਹਿਬ ਬਣਾਇਆ। ਹਾਂਜੀ ਹਾਂਜੀ, ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾਇਆ। ਹਾਂਜੀ, ਹੁਣ ਕਿੰਨੇ ਲੋਕ ਸਿੱਖ ਸੀ ਉਹੀ ਆ ਕੇ ਬਸੇ ਹੋਣਗੇ, ਉਹਨਾਂ ਦੇ ਸਾਹਮਣੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਆ। ਹਾਂਜੀ, ਇੱਥੇ ਤੱਕ ਵੀ ਲੋਕ ਤਿਆਰ ਹੋ ਗਏ ਵੀ ਆਪਣੀ ਜ਼ਮੀਨਾਂ ਆਪਣਾ ਸਾਰਾ ਏਦਾਂ ਵੇਚ ਕੇ, ਹਥਿਆਰ ਲੈ ਕੇ, ਘੋੜੇ ਖਰੀਦ ਕੇ ਗੁਰੂ ਸਾਹਿਬ ਨੂੰ ਦਿੱਤੇ। ਹਾਂਜੀ, ਪਰ ਜਦੋਂ 6ਵੇਂ ਪਾਤਸ਼ਾਹ ਦਰਬਾਰ ਸਾਹਿਬ ਛੱਡ ਕੇ ਗਏ ਆ, ਹਾਂਜੀ, ਜੇ ਉਹ ਸਾਰੇ ਲੋਕ ਗੁਰੂ ਸਾਹਿਬ ਦੇ ਨਾਲ ਸੀ, ਹਾਂਜੀ, ਜਾਂ ਤਾਂ ਇਹ ਹੁੰਦਾ ਵੀ ਨਗਰ ਉੱਜੜ ਜਾਂਦਾ, ਸਾਰੇ ਉੱਠ ਕੇ ਚਲ ਜਾਂਦੇ, ਜਾਂ ਉਹ ਇਹ ਕਹਿੰਦੇ ਵੀ ਪਾਤਸ਼ਾਹ ਜਾਣ ਨਹੀਂ ਦੇਣਾ, ਤੁਹਾਨੂੰ ਮਰਦੇ ਮਰ ਜਾਗੇ ਅਸੀਂ। ਇਦਾਂ ਨਹੀਂ ਹੋਇਆ। ਹਾਂ, ਰੋਕਿਆ ਨਹੀਂ ਉਹਨਾਂ ਨੂੰ। ਜਦੋਂ 10ਵੇਂ ਪਾਤਸ਼ਾਹ ਨੇ ਅਨੰਦਪੁਰ ਛੱਡਿਆ, ਹਾਂਜੀ, ਉਦੋਂ ਵੀ ਇਹ ਨਹੀਂ ਅਸੀਂ ਸੁਣਿਆ ਵੀ ਸਾਰਾ ਅਨੰਦਪੁਰੇ ਨਾਲ ਤੁਰ ਪਿਆ ਹੋਵੇ। ਹਾਂਜੀ, ਖਾਲਸਾ ਫੌਜ ਹੀ ਗਈ ਸੀ ਨਾਲ। ਜਿਹੜਾ ਘੇਰਾ ਪਿਆ ਆ ਕਿਲੇ ਨੂੰ ਪਿਆ ਆ ਸਿਰਫ। ਹਾਂਜੀ, ਅੱਛਾ, ਹੁਣ ਤੁਸੀਂ ਇਹ ਇਮੇਜਿਨ ਕਰੋ ਵੀ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ, ਹਾਂਜੀ, ਫੇਰ ਉਹਨਾਂ ਦੇ ਹੁਕਮਾਂ ਤੋਂ, ਉਹਨਾਂ ਦੀਆਂ ਗੱਲਾਂ ਤੋਂ ਜਾਨਾਂ ਮਾਰਨੇ ਵਾਲੇ ਕਿੰਨੇ ਕੁ ਬੱਚੇ ਹੋਣਗੇ? ਮੁੱਠੀ ਭਰੀ ਸਿੰਘ ਹੋਣਗੇ, ਕਿਉਂਕਿ 5-5 ਦੇ ਜੱਥੇ ਭੇਜੇ ਆ ਜਦੋਂ। ਅੱਛਾ, ਕਹਿੰਦੇ ਉਹ ਤੋਂ ਬਾਅਦ ਵੀ, ਜਾਨੀ ਬੰਦਾ ਸਿੰਘ ਬਹਾਦਰ ਤੋਂ ਬਾਅਦ, ਹਾਂਜੀ, ਨਾਲੇ ਸੌਰੀ, ਉਹ ਤੋਂ ਪਹਿਲਾਂ ਇਹ ਸੋਚੋ ਵੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਛੱਡ ਦਿੱਤਾ, ਹਾਂਜੀ, ਜਿਹੜਾ ਕਰਤਾਰਪੁਰ ਵਾਲਾ ਗੁਰਦੁਆਰਾ ਆ, ਉਹ ਜਿਹੜੀ ਜਗ੍ਹਾ ਸੀ ਉਹ ਤੇ ਕਬਜ਼ਾ ਕਿਹਦਾ ਸੀ? ਮੈਨੂੰ ਹਿਸਟਰੀ ਨੇ ਪਤਾ ਨਹੀਂ, ਸ਼ਾਇਦ ਮਸੰਦਾ ਦਾ ਸੀ। ਨਹੀਂ, ਉਹ ਤੁਹਾਨੂੰ ਸੋਚਣ ਦੀ ਲੋੜ ਨਹੀਂ, ਇੰਨਾ ਤਾਂ ਪੱਕਾ ਹੈ ਨਾ ਵੀ ਗੁਰੂ ਸਾਹਿਬ ਦਾ ਨਹੀਂ ਸੀ ਕਬਜ਼ਾ। ਮਤਲਬ ਕੋਈ ਹੋਰ ਆ ਗਿਆ ਸੀ, ਗੁਰੂ ਸਾਹਿਬ ਨਹੀਂ ਰਹੇ। ਓਕੇ, ਅੱਛਾ, ਦੂਜੇ ਪਾਤਸ਼ਾਹ ਖਡੂਰ ਸਾਹਿਬ ਛੱਡ ਕੇ ਚਲ ਗਏ, ਉੱਥੇ ਵੀ ਗੁਰੂ ਸਾਹਿਬ ਨਹੀਂ ਰਹੇ। ਹਾਂਜੀ, ਤੀਜੇ ਪਾਤਸ਼ਾਹ ਗੋਇੰਦਵਾਲ ਛੱਡ ਕੇ ਚਲ ਗਏ, ਉੱਥੇ ਵੀ ਗੁਰੂ ਪਾਤਸ਼ਾਹ ਨਹੀਂ ਰਹੇ। ਹਾਂਜੀ, ਜਦੋਂ ਛੇਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਛੱਡ ਦਿੱਤਾ, ਉੱਥੇ ਵੀ ਗੁਰੂ ਸਾਹਿਬ ਦਾ ਕਬਜ਼ਾ ਨਹੀਂ ਰਿਹਾ। ਹਾਂਜੀ, 10ਵੇਂ ਪਾਤਸ਼ਾਹ ਨੇ ਅਨੰਦਪੁਰ ਛੱਡ ਦਿੱਤਾ, ਉੱਥੇ ਵੀ ਗੁਰੂ ਸਾਹਿਬ ਦਾ ਕਬਜ਼ਾ ਨਹੀਂ ਰਿਹਾ। ਤੇ ਮਤਲਬ ਜੋ ਪਿੱਛੇ ਤਲਵੰਡੀ ਲੋਕ ਆਂਦੇ ਰਹੇ, ਧਿਆਨ ਨਾਲ ਲੜੀ ਜੋੜ ਕੇ ਰੱਖਿਓ। ਹਾਂਜੀ, 10ਵੇਂ ਪਾਤਸ਼ਾਹ ਨੇ ਤਲਵੰਡੀ ਸਾਬੋ ਤੋਂ ਜਾ ਕੇ ਦੱਖਣ ਵਿੱਚੋਂ ਬੰਦਾ ਸਿੰਘ ਬਹਾਦਰ ਲੱਭਿਆ। ਇਹਦਾ ਨਾਲ ਜਿਹੜੇ ਤਲਵੰਡੀ ਸਾਬੋ ਸੀਗੇ ਬੈਠੇ, ਉਹ ਵੀ ਗੁਰੂ ਸਾਹਿਬ ਦੀ ਸੋਚ ਤੇ ਪੂਰੇ ਨਹੀਂ ਹੋਣੇ। ਹਾਂਜੀ, ਜਦੋਂ ਬੰਦਾ ਸਿੰਘ ਬਹਾਦਰ ਆ ਕੇ ਲੜ ਰਿਹਾ ਸੀ, ਉਦੋਂ ਦਰਬਾਰ ਸਾਹਿਬ ਚੋਂ ਹੁਕਮਨਾਮੇ ਜਾਰੀ ਹੋ ਰਹੇ ਸੀ ਉਹਦੇ ਵਿਰੁੱਧ। ਹਾਂਜੀ, ਹਾਂਜੀ, ਇਹਦਾ ਮਤਲਬ ਉਹ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਨਹੀਂ ਹੋਣੇ। ਹਾਂਜੀ, ਤੇ ਅਖੰਡ ਪਾਠ ਚਲਾਏ ਗਏ ਆ ਉਹ ਤੋਂ ਬਾਅਦ, ਕਿਉਂਕਿ ਉਸ ਵੇਲੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪੇ ਹੈ ਨਹੀਂ ਸੀ। ਹਾਂਜੀ, ਹੁਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਏ ਆ, ਸੌਰੀ ਫੋਨ ਕੱਟਿਆ ਗਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਏ ਆ, ਜਿਨ੍ਹਾਂ ਨੇ ਉਹ ਗੁਰਦੁਆਰਿਆਂ 'ਚ ਪ੍ਰਕਾਸ਼ ਕੀਤੇ ਆ, ਹਕੂਮਤ ਸਿੱਖਾਂ ਦੀ ਵੈਰੀ ਹੁੰਦੇ ਹੋਏ, ਗੁਰੂ ਸਾਹਿਬ ਦੀ ਸੋਚ ਦੀ ਵੈਰੀ ਹੁੰਦੇ ਹੋਏ, ਉਹਨਾਂ ਲੋਕਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦਾ ਮੌਕਾ ਦੇ ਰਹੀ ਆ, ਤੇ ਉਹ ਲੋਕ ਕਿਹਦੇ ਨਾਲ ਹੋਣਗੇ? ਸਰਕਾਰਾਂ ਕਿਹਦਾ ਸਾਥ ਦਿੰਦੀਆਂ ਹੋਣਗੀਆਂ? ਤਾਂ ਜਿਨ੍ਹਾਂ ਨੇ ਉਦੋਂ ਅਖੰਡ ਪਾਠਾਂ ਦੀਆਂ ਰੀਤਾਂ ਚਲਾਈਆਂ, ਉਹਨਾਂ ਦਾ ਵਿਰੋਧ ਕੌਣ ਕਰਦਾ? ਸਰਕਾਰ। ਜਿਹੜਾ ਬੰਦਾ ਸਹੀ ਸੋਚ ਲੈ ਕੇ ਬੈਠਾ, ਉਹਦੇ ਤਾਂ ਸਰਕਾਰ ਅਤਿਆਚਾਰ ਕਰ ਰਹੀ ਆ, ਉਹ ਤਾਂ ਸਿਰ ਦਾ ਮੁੱਲ ਪਾ ਰਹੀ ਆ।
ਸਰਕਾਰ ਨੇ ਗੁਰਦੁਆਰੇ ਚ ਰਹਿਣ ਦੀ ਆਗਿਆ ਕਿਹਨੂੰ ਦਿੱਤੀ ਹੋਊਗੀ? ਜਿਹੜਾ ਸਰਕਾਰੀ ਸ਼ਹਿ ਦੇ ਨਾਲ ਗੁਰਦੁਆਰਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਕਾਬਜ਼ ਹੋ ਕੇ ਬੈਠਾ ਆ, ਬਾਹਮਣ ਪੁਜਾਰੀ ਕਿਹਦੇ ਨਾਲ ਹੋਊਗਾ? ਜਦੋਂ ਸਾਰਾ ਕੁਝ ਸੋਚਦੇ ਆ ਤੁਹਾਨੂੰ ਪਤਾ ਲੱਗ ਜਾਣਾ ਵੀ ਸਾਰਾ ਤਾਣਾ ਬਾਣਾ ਜਿਹੜਾ ਆ ਇਹ ਉਸੇ ਪੁਜਾਰੀ ਦਾ, ਜਿਹੜਾ ਪੁਜਾਰੀ ਹਮੇਸ਼ਾ ਤੋਂ ਗੁਰੂ ਸਾਹਿਬ ਦਾ ਵਿਰੋਧ ਕਰਦਾ ਰਿਹਾ। ਸਾਰਾ ਤਾਣਾ ਬਾਣਾ ਉਹਦੇ ਹੱਕ ਦੇ ਵਿੱਚ ਭੁਗਤਿਆ ਆ। ਉਹਨੇ ਇਹ ਮਰਿਆਦਾ ਚਲਾ ਕੇ, ਇਹ ਪਰੰਪਰਾਵਾਂ ਚਲਾ ਕੇ ਸਾਡੇ ਸਿਰ ਮੜ ਦਿੱਤੀਆਂ। ਨਹੀਂ ਤਾਂ ਗੁਰਬਾਣੀ ਪਾਠ ਦਰਸ਼ਨ ਵਿੱਚ ਲਿਖਿਆ ਹੋਇਆ ਗੰਦ ਪੜ੍ਹ ਲਿਓ, ਜਿੰਨਾ ਬਕਵਾਸ ਸੂਰਜ ਪ੍ਰਕਾਸ਼ ਵਿੱਚ ਲਿਖਿਆ ਆ ਉਹ ਪੜ੍ਹ ਲਿਓ, ਤੇ ਉਹ ਤੋਂ ਬਾਅਦ ਸੋਚਿਓ ਵੀ ਉਹਨਾਂ ਸਿੱਖਾਂ ਨੇ ਰੋਕਿਆ ਨਾ ਹੋਊਗਾ ਇਹਨਾਂ ਨੂੰ। ਦੋ ਗੱਲਾਂ ਆ, ਜਾਂ ਤਾਂ ਉਹ ਸੋਚ ਵਾਲੇ ਸਿੱਖ ਚੱਕ ਕੇ ਸਰਕਾਰਾਂ ਨੇ ਠੋਕੇ ਹੋਣਗੇ, ਇਹਨਾਂ ਨੇ ਅਕਾਲ ਤਖਤਾਂ ਤੋਂ ਛਿੱਕੇ ਹੋਣਗੇ, ਲੋਕਾਂ 'ਚ ਬਦਨਾਮ ਕੀਤੇ ਹੋਣਗੇ ਵੀ ਗੁਰੂ ਦਾ ਦੋਖੀ ਆ, ਇਹਨਾਂ ਨੇ ਸਿਰ ਵੱਡੇ ਹੋਣੇ ਆ, ਪਰਿਵਾਰ ਉਹਨਾਂ ਦੇ ਖਤਮ ਕੀਤੇ ਹੋਣੇ ਆ ਵੀ ਗੁਰੂ ਦਾ ਵਿਰੋਧੀ ਆ। ਇਹ ਆਪਣੀ ਬਣਾਈ ਹੋਈ ਮਰਿਆਦਾ, ਆਪਣੇ ਬਣਾਏ ਹੋਏ ਗੁਰਦੁਆਰੇ, ਆਪਣੀਆਂ ਬਣਾਈਆਂ ਹੋਈਆਂ ਦੁਕਾਨਾਂ ਦਾ ਵਿਰੋਧ ਹੁੰਦਾ ਦੇਖ ਕੇ ਉਹਨਾਂ ਨੂੰ ਬਦਨਾਮ ਕਰਕੇ ਖਤਮ ਕੀਤਾ ਹੋਊਗਾ ਵੀ ਗੁਰੂ ਦੇ ਵਿਰੋਧੀ ਆ। ਜਾਂ ਸਰਕਾਰੀ ਸ਼ਹਿ ਦੇ ਉੱਤੇ ਸਰਕਾਰਾਂ ਨਾਲ ਮਿਲ ਕੇ ਉਹਨਾਂ ਦੇ ਟੱਬਰ ਚੁਕਵਾਏ ਹੋਣਗੇ, ਤੇ ਜਾਂ ਫਿਰ ਬਹੁ ਗਿਣਤੀ ਜਿਹੜੀ ਆ ਵੈਸੇ ਹੀ ਇਹਨਾਂ ਦੀ ਮਰਿਆਦਾ ਦੇ ਪ੍ਰਭਾਵ ਦੇ ਥੱਲੇ ਆ ਕੇ ਚੁੱਪ ਰਹੀ ਹੋਣੀ ਆ, ਸ਼ਾਂਤ ਰਹੀ ਹੋਣੀ ਆ ਵੀ ਕੋਈ ਗੱਲ ਨਹੀਂ ਭਰਾਵੋ, ਜੇ ਵਿਰੋਧ ਕੀਤਾ ਇਹਨਾਂ ਦਾ, ਇਹ ਪੰਥ ਦੋਖੀ ਦਾ ਖਿਤਾਬ ਦੇ ਕੇ ਪੰਥ ਚੋਂ ਛੇਕਣਗੇ, ਸਰਕਾਰਾਂ ਚੱਕ ਕੇ ਜੇਲ੍ਹ 'ਚ ਸਿੱਟਣਗੀਆਂ, ਇਹਦੇ ਨਾਲ ਬਿਹਤਰ ਅੱਜ ਦਾ ਕਰਦੇ ਕਰ ਲੈਂਦੀ। ਕੁਛ ਨਾ ਕੁਛ ਜੋ ਵੀ ਹੋਇਆ ਹੋਊਗਾ, ਜਾਣੀ ਇਹਨਾਂ ਦੀ ਮਰਿਆਦਾ ਦੀ ਬਹਾਲੀ ਤਾਂ ਹੋਈ ਆ, ਨਹੀਂ ਤਾਂ ਸੂਰਜ ਪ੍ਰਕਾਸ਼ ਨੂੰ ਤਾਂ ਕਈ ਵਾਰ ਅੱਗ ਲੱਗਣੀ ਚਾਹੀਦੀ ਸੀ। ਗੁਰਬਚਨ ਸਿੰਘ ਭਿੰਡਰਾਂਵਾਲੇ ਦਾ ਗੁਰਬਾਣੀ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਆ, ਜਿਹੜਾ ਬੰਦਾ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਮੰਨਦਾ ਆ, ਉਹਨੂੰ ਇੰਨੀ ਸਮਝ ਆ ਜਾਣੀ ਚਾਹੀਦੀ ਸੀ ਵੀ ਗੁਰੂ ਨਾਨਕ ਦੇਵ ਜੀ ਨੰਦ ਸਿੰਘ ਵਰਗੇ ਪਖੰਡੀ ਦੇ ਸੁਪਨੇ 'ਚ ਕਾਹਤੇ ਆਉਣਗੇ? ਜੇ ਆਉਣਗੇ ਵੀ ਉਹ ਪਛਾਣੂਗਾ ਕਿੱਦਾਂ? ਅੱਜ ਜਿਸ ਬੰਦੇ ਨੂੰ ਤੁਸੀਂ ਦੇਖਿਆ ਨਹੀਂ, ਜਿਹਦਾ ਸਿਰਫ ਨਾਂ ਸੁਣਿਆ ਆ, ਤੁਸੀਂ ਸੁਪਨਾ ਦੇਖ, ਕੋਈ ਬੰਦਾ ਕਿਸੇ ਸੌਕਰ ਦੇ ਪਲੇਅਰ ਦਾ ਫੈਨ ਆ, ਮੰਨ ਲਓ ਉਹਦਾ ਨਾਂ ਸੁਣਿਆ ਤੇ ਉਹਨੂੰ ਸੁਪਨੇ 'ਚ ਕੋਈ ਏਦਾਂ ਸੌਕਰ ਦਾ ਮੈਚ ਦੀਦਾ, ਉਹ ਕਹਿ ਸਕਦਾ ਵੀ ਉਹ ਫਲਾਨਾ ਪਲੇਅਰ ਖੇਡਦਾ ਸੀ, ਫਲਾਨਾ ਪਲੇਅਰ ਖੇਡਦਾ ਸੀ, ਜਿਹਨੂੰ ਦੇਖਿਆ ਹੀ ਨਹੀਂ ਉਹਨੇ। ਏਦਾਂ ਕਿੱਦਾਂ ਹੋ ਸਕਦੀ, ਜਿਹਦੀ ਸ਼ਕਲ ਹੀ ਨਹੀਂ ਪਛਾਣਦਾ ਉਹ? ਇਹ ਝੂਠ ਆ ਭਰਾਵੋ, ਸਾਰਾ ਬਕਵਾਸ ਆ, ਡੇਰੇ ਆ ਪਖੰਡੀਆਂ ਦੇ। ਸਿੱਖ ਦੀ ਸੁਰਤ ਨੂੰ ਲੁੱਟਣ ਦੇ ਲਈ ਦੁਕਾਨਾਂ ਚਲਾਈਆਂ, ਸ਼ੋਸ਼ਣ ਹੋਇਆ ਹੈ, ਸੁਰਤ ਦਾ ਬਲਾਤਕਾਰ ਕੀਤਾ ਗਿਆ, ਜ਼ਬਰਦਸਤੀ ਕੀਤੀ ਗਈ ਹੈ ਸਿੱਖ ਦੀ ਸੁਰਤ ਦੇ ਨਾਲ। ਸਿੱਖ ਕਿਤੇ ਗੁਰੂ ਪਾਤਸ਼ਾਹ ਦੀ ਸੋਚ ਦੇ ਬਰਾਬਰ ਨਾ ਹੋ ਜਾਏ, ਸਿੱਖ ਦੀ ਮੱਤ ਵਿੱਚ ਕਿਤੇ ਗੁਰੂ ਨਾ ਬਹਿ ਜਾਏ, ਗੁਰਮਤ ਲਾਗੂ ਨਾ ਹੋ ਜਾਏ। ਪੁਜਾਰੀ ਕਦੇ ਵੀ ਨਹੀਂ ਚਾਹੁੰਦਾ ਕੋਈ ਲੈਣੇ ਤੋਂ ਅੰਗਤ ਬਣੇ। ਪੁਜਾਰੀ ਚਾਹੁੰਦਾ ਆ ਸ਼੍ਰੀ ਚੰਦ ਗੱਦੀ ਸਾਂਭੇ, ਕਰਤਾਰਪੁਰ ਤੇ ਕਬਜ਼ਾ ਸ਼੍ਰੀ ਚੰਦ ਕਰੇ। ਪੁਜਾਰੀ ਚਾਹੁੰਦਾ ਆ ਹਰਗੋਬਿੰਦ ਨੂੰ ਧੱਕੇ ਮਾਰ ਕੇ ਦਰਬਾਰ ਸਾਹਿਬ ਚੋਂ ਕੱਢਿਆ ਜਾਵੇ। ਪੁਜਾਰੀ ਬਾਦਸ਼ਾਹ ਦੇ ਕੋਲ ਸ਼ਿਕਾਇਤ ਕਰਦਾ ਆ, ਅਨੰਦਪੁਰ ਖਾਲੀ ਕਰਵਾਓ ਇਹਨਾਂ ਦੇ ਕੋਲੋਂ। ਉਹ ਨਹੀਂ ਚਾਹੁੰਦਾ, ਉਹ ਦੁਕਾਨ ਚਾਹੁੰਦਾ ਆਪਣੀ। ਨਹੀਂ ਤਾਂ ਦੱਸੋ, ਹਜ਼ੂਰ ਸਾਹਿਬ ਦੇ ਵਿੱਚੋਂ ਲੱਭੋ, ਗੁਰੂ ਗੋਬਿੰਦ ਸਿੰਘ ਵਾਲੀ ਸਿੱਖੀ ਹੈਗੀ ਆ, ਦਸਮ ਪਾਤਸ਼ਾਹ ਵਾਲੀ ਸਿੱਖੀ ਹੈਗੀ ਆ, ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਹੈਗੀ ਆ, ਪਟਨੇ ਚੋਂ ਲੱਭ ਕੇ ਦਿਖਾ ਲਓ, ਤਲਵੰਡੀ ਚੋਂ ਲੱਭ ਕੇ ਦਿਖਾ ਲਓ, ਦਰਬਾਰ ਸਾਹਿਬ ਚੋਂ ਲੱਭ ਕੇ ਦਿਖਾ ਲਓ। ਪੁਜਾਰੀ ਦੀ ਸਿੱਖੀ ਆ, ਸੰਤੋਖ ਸਿੰਘ ਵਾਲੀ ਸਿੱਖੀ ਆ, ਗੁਰਬਚਨ ਸਿੰਘ ਭਿੰਡਰਾਂਵਾਲੇ ਵਾਲੀ ਸਿੱਖੀ ਆ, ਟਕਸਾਲ ਦੀ ਸਿੱਖੀ ਆ, ਆਰੀਆ ਸਮਾਜ ਦੀ ਸਿੱਖੀ ਆ, RSS ਦੀ ਸਿੱਖੀ ਆ। ਧੋਖਾ ਦੇ ਰਹੇ ਆ, ਇਲਜ਼ਾਮ ਲਾ ਰਹੇ ਸਾਡੇ ਉੱਤੇ, ਸਾਡੇ ਨਾਲ ਬੇਈਮਾਨੀ ਕਰ ਰਹੇ ਆ, ਹੈ ਨਹੀਂ ਕੱਖ ਵੀ ਇਹਨਾਂ ਦੇ ਕੋਲ, ਬਚ ਕੇ ਰਹੀਏ।